सत श्री अकाल न्यूज़ 18 ਵੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਤੁਹਾਡੇ ਨਾਲ ਰਜਿੰਦਰ ਕੌਰ। ਬੁਲਟਨ ਦੀ ਸ਼ੁਰੂਆਤ ਤਲਵੰਡੀ ਸਾਬੋ ਤੋਂ ਆ ਰਹੀ ਵੱਡੀ ਖਬਰ ਦੇ ਨਾਲ। ਤਲਵੰਡੀ ਸਾਬੋ 'ਚ ਮੁੜ ਕੋਰੋਨਾ ਦਾ ਧਮਾਕਾ ਹੋਇਆ। ਇਕੱਠੇ 78 ਮਜ਼ਦੂਰ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਰਿਫਾਈਨਰੀ 'ਚ ਰੋਜ਼ਗਾਰ ਦੀ ਤਲਾਸ਼ ਵਿੱਚ ਪਹੁੰਚੇ ਸਨ ਮਜ਼ਦੂਰ। ਹੁਣ ਤੱਕ 300 ਤੋਂ ਵੱਧ ਮਜ਼ਦੂਰ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਨੇ। ਬਠਿੰਡਾ ਜ਼ਿਲ੍ਹੇ 'ਚ ਆંકੜਾ ਜਿਹੜਾ ਹੈ ਕੋਰੋਨਾ ਮਰੀਜ਼ਾਂ ਦਾ 600 ਦੇ ਪਾਰ ਪਹੁੰਚ ਗਿਆ ਹੈ। ਤਲਵੰਡੀ ਸਾਬੋ ਦੀ ਰਿਫਾਈਨਰੀ 'ਚ 78 ਮਜ਼ਦੂਰ ਇਕੱਠੇ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਹੁਣ ਤੱਕ 300 ਤੋਂ ਵੱਧ ਮਜ਼ਦੂਰ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਨੇ। ਰਿਫਾਈਨਰੀ 'ਚ ਰੋਜ਼ਗਾਰ ਦੀ ਤਲਾਸ਼ ਵਿੱਚ ਪਹੁੰਚੇ ਸਨ ਦੂਜੇ ਸੂਬਿਆਂ ਤੋਂ ਮਜ਼ਦੂਰ ਅਤੇ ਹੁਣ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ। ਵੱਡਾ ਧਮਾਕਾ ਹੋਇਆ ਹੈ ਬਠਿੰਡਾ ਜ਼ਿਲ੍ਹੇ ਵਿੱਚ। ਆંકੜਾ ਜਿਹੜਾ ਹੈ ਕੋਰੋਨਾ ਮਰੀਜ਼ਾਂ ਦਾ 600 ਤੋਂ ਪਾਰ ਪਹੁੰਚ ਗਿਆ ਹੈ। ਤਲਵੰਡੀ ਸਾਬੋ ਦੀ ਰਿਫਾਈਨਰੀ 'ਚ ਇਕੱਠੇ 78 ਮਜ਼ਦੂਰ ਕੋਰੋਨਾ ਦੇ ਸ਼ਿਕਾਰ ਪਾਏ ਗਏ ਨੇ। ਰਿਫਾਈਨਰੀ 'ਚ ਰੋਜ਼ਗਾਰ ਦੀ ਤਲਾਸ਼ ਵਿੱਚ ਪਹੁੰਚੇ ਸਨ ਮਜ਼ਦੂਰ। ਹੁਣ ਤੱਕ 300 ਤੋਂ ਵੱਧ ਮਜ਼ਦੂਰਾਂ ਦੀ ਰਿਪੋਰਟ ਜਿਹੜੀ ਹੈ ਉਹ ਪੋਜ਼ਿਟਿਵ ਪਾਈ ਗਈ ਹੈ। ਫਿਲਹਾਲ ਵੱਡੀ ਚੁਣੌਤੀ ਸਿਹਤ ਵਿਭਾਗ ਦੇ ਸਾਹਮਣੇ ਵੀ, ਕਿਉਂਕਿ ਇਸ ਰਿਫਾਈਨਰੀ 'ਚ ਵੱਡੀ ਗਿਣਤੀ ਵਿੱਚ ਮਜ਼ਦੂਰ ਜਿਹੜੇ ਨੇ ਉਹ ਕੰਮ ਕਰਦੇ ਨੇ। ਸਿਹਤ ਵਿਭਾਗ ਦੇ ਸਾਹਮਣੇ, ਸਥਾਨਕ ਪ੍ਰਸ਼ਾਸਨ ਦੇ ਸਾਹਮਣੇ ਹੁਣ ਵੱਡੀ ਚੁਣੌਤੀ ਕਿਸ ਤਰ੍ਹਾਂ ਇਸ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਰੋਕਿਆ ਜਾਏ। ਲਗਾਤਾਰ ਕੋਰੋਨਾ ਦੇ ਜਿਹੜੇ ਮਾਮਲੇ ਵੱਧ ਰਹੇ ਨੇ। ਰਿਫਾਈਨਰੀ ਦੇ ਅੰਦਰ ਜਿਹੜੇ ਮਜ਼ਦੂਰ ਕੰਮ ਕਰ ਰਹੇ ਨੇ ਉਹ ਲਗਾਤਾਰ ਕੋਰੋਨਾ ਦੀ ਲਪੇਟ ਵਿੱਚ ਆ ਰਹੇ ਨੇ। ਕਿਸ ਤਰ੍ਹਾਂ ਇਹਨਾਂ ਤੇ ਹੁਣ ਕਾਬੂ ਪਾਇਆ ਜਾਏਗਾ? ਸਿਹਤ ਵਿਭਾਗ ਅਤੇ ਰਿਫਾਈਨਰੀ ਪ੍ਰਬੰਧਕਾਂ ਦੇ ਸਾਹਮਣੇ ਵੀ ਇਹ ਵੱਡੀ ਚੁਣੌਤੀ। मुनीश गर्ग तलवंडी साबो तो मेरे सहयोगी जुड़ चुके हैं। मुनीश, 300 ਤੋਂ ਵੱਧ ਮਜ਼ਦੂਰ ਦੱਸਿਆ ਜਾ ਰਿਹਾ ਹੈ ਕਿ ਹਾਲੇ ਤੱਕ ਰਿਫਾਈਨਰੀ ਦੇ ਜਿਹੜੇ ਮਜ਼ਦੂਰ ਨੇ ਉਹ ਕੋਰੋਨਾ ਪੋਜ਼ਿਟਿਵ ਪਾਏ ਜਾ ਚੁੱਕੇ ਨੇ। ਹਾਲੇ ਤੱਕ 78 ਇਕੱਠੇ ਮਜ਼ਦੂਰ ਸਾਹਮਣੇ ਆਏ ਨੇ ਕੋਰੋਨਾ ਪੋਜ਼ਿਟਿਵ। ਕਿੰਨੇ ਕੁ ਵੱਡੀ ਗਿਣਤੀ ਵਿੱਚ ਹਾਲੇ ਰਿਫਾਈਨਰੀ ਦੇ ਅੰਦਰ ਜਿਹੜੇ ਨੇ ਮਜ਼ਦੂਰ ਕੰਮ ਕਰਦੇ ਨੇ, ਕਿਉਂਕਿ ਖਤਰਾ ਹੁਣ ਉਹਨਾਂ ਤੇ ਮੰਡਰਾ ਰਿਹਾ ਹੈ। ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਕਿ ਜਿਹੜੇ ਕੋਰੋਨਾ ਪੋਜ਼ਿਟਿਵ ਮਰੀਜ਼ ਆ ਰਹੇ ਨੇ ਇਹ ਜੋ ਰਿਫਾਈਨਰੀ ਦੇ ਵਿੱਚ ਠੇਕੇਦਾਰ ਕੰਮ ਕਰਦੇ ਨੇ, ਕੰਪਨੀਆਂ ਕੰਮ ਕਰਦੀਆਂ ਨੇ, ਬਾਹਰਲੇ ਸਟੇਟਾਂ ਤੋਂ ਮਜ਼ਦੂਰਾਂ ਨੂੰ ਲੈ ਕੇ ਆਉਂਦੀਆਂ ਨੇ। ਜੇ ਲੋਕ ਨੌਕਰੀ ਦੀ ਤਲਾਸ਼ ਲਈ ਇੱਥੇ ਆਉਂਦੇ ਨੇ ਜਾਂ ਨੌਕਰੀ ਲਈ ਇੱਥੇ ਆਉਂਦੇ ਨੇ, ਉਹਨੂੰ ਠੇਕੇਦਾਰ ਬਾਹਰੋਂ ਹਾਇਰ ਕਰਕੇ ਲੈ ਕੇ ਆਉਂਦੇ ਨੇ। ਆਪਣੀਆਂ ਬੱਸਾਂ ਵਿੱਚ ਉਹਨਾਂ ਨੂੰ ਲੈ ਕੇ ਆਉਂਦੇ ਨੇ। ਉਹਨਾਂ ਨੂੰ ਇੱਥੇ ਲੈ ਕੇ ਉਹਨਾਂ ਨੂੰ ਪਹਿਲਾਂ 14 ਦਿਨ ਦੀ ਇਕਾਂਤਵਾਸ 'ਚ ਰੱਖਿਆ ਜਾਂਦਾ ਹੈ। ਇਕਾਂਤਵਾਸ 'ਚ ਰੱਖਣ ਦੇ ਨਾਲ ਨਾਲ ਉਹਨਾਂ ਦਾ ਟੈਸਟ ਕੀਤਾ ਜਾਂਦਾ ਹੈ। ਜੇਕਰ ਉਹਨਾਂ ਦਾ ਟੈਸਟ ਪੋਜ਼ਿਟਿਵ ਪਾਇਆ ਜਾਂਦਾ ਤਾਂ ਉਹਨਾਂ ਨੂੰ ਸਿਹਤ ਵਿਭਾਗ ਦਾ ਇਲਾਜ ਲਈ ਲੈ ਜਾਂਦਾ ਹੈ। ਪਰ ਇਸੇ ਤਰ੍ਹਾਂ ਹੀ ਜਿਹੜੇ ਇਹ ਲੋਕ ਨੇ ਇਹ ਬਾਹਰਲੇ ਵੱਖ-ਵੱਖ ਰਾਜਾਂ ਤੋਂ ਇੱਥੇ ਨੌਕਰੀ ਕਰਨ ਲਈ ਆਏ ਨੇ। ਜਿਸ ਤਰ੍ਹਾਂ ਪਹਿਲਾਂ ਜਦੋਂ ਕੋਰੋਨਾ ਸ਼ੁਰੂ ਹੋਇਆ, ਕੋਰੋਨਾ ਵਾਇਰਸ ਦੇ ਦੌਰਾਨ ਉੱਥੇ ਬਹੁਤੇ ਲੋਕ ਆਪਣੇ ਰਾਜਾਂ ਨੂੰ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸੀਗੇ। ਹੁਣ ਉਹਨਾਂ ਦੀ ਵਾਪਸੀ ਜਿਹੜੀ ਫਿਰ ਇੱਥੇ ਕੰਮਕਾਜ ਲਈ ਵਾਪਸੀ ਹੋ ਰਹੀ ਹੈ। ਯਾਨੀ ਕਿ ਪੁਲਿਸ ਜਿਹੜੇ ਇਹ 78 ਮਜ਼ਦੂਰ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ, ਇਹ ਉਹ ਮਜ਼ਦੂਰ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਇੱਥੇ ਆਏ ਨੇ ਕੰਮ ਕਰਨ ਰਿਫਾਈਨਰੀ 'ਚ, ਲੇਕਿਨ ਹਾਲੇ ਤੱਕ ਕੁਆਰੰਟਾਈਨ ਸਨ। ਬਿਲਕੁਲ ਰਜਿੰਦਰ, ਇਹਨਾਂ ਨੂੰ ਪਹਿਲਾਂ ਕੁਆਰੰਟਾਈਨ ਰੱਖਿਆ ਜਾਂਦਾ 14 ਦਿਨਾਂ ਲਈ। ਉਹਨਾਂ ਦਿਨਾਂ ਦੇ ਅੰਦਰ ਹੀ ਇਹਨਾਂ ਦਾ ਟੈਸਟ ਹੁੰਦਾ। ਟੈਸਟ ਦੌਰਾਨ ਹੀ ਜੇਕਰ ਕੋਰੋਨਾ ਪੋਜ਼ਿਟਿਵ, ਜਿਸ ਤਰ੍ਹਾਂ ਹੁਣ 78 ਲੋਕ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ, ਇਹਨਾਂ ਨੂੰ ਇਲਾਜ ਲਈ ਬਠਿੰਡਾ ਭੇਜਿਆ ਜਾਊਗਾ। ਠੀਕ ਹੈ ਮੁਨੀਸ਼, ਇਹ ਵੀ ਜਾਣਕਾਰੀ ਦਿਓ ਹਾਲੇ ਵੀ ਹੋਰ ਕਿੰਨੇ ਮਜ਼ਦੂਰ ਨੇ ਜਿਹੜੇ ਕਿ ਕੁਆਰੰਟਾਈਨ ਨੇ? ਦੇਖੋ ਹਜੇ ਡੇਲੀ ਪਹਿਲਾਂ ਸੈਂਕੜੇ ਦੀ ਗਿਣਤੀ 'ਚ ਬੱਸਾਂ ਜਿਹੜੀਆਂ ਜਾ ਰਹੀਆਂ ਸੀ, ਇੱਥੋਂ ਬੱਸਾਂ ਤੇ ਲੈ ਕੇ ਆਉਂਦੇ ਸੀ ਠੇਕੇਦਾਰ ਉੱਥੋਂ, ਤੇ ਹੁਣ ਜਿਹੜੀ ਗਿਣਤੀ ਕਰੀਬ 100 ਦੱਸੀ ਜਾ ਰਹੀ ਹੈ ਵੀ 100 ਕਰੀਬ ਬੰਦਾ ਜਿਹੜਾ ਇੱਥੇ ਹਜੇ ਬਾਕੀ ਰਹਿੰਦਾ ਹੈਗਾ। ਇਹਨਾਂ ਟੈਸਟ ਹੋਣਾ ਬਾਕੀ ਰਹਿੰਦਾ ਹੈਗਾ। ਤੇ ਇਸ ਦੇ ਨਾਲ ਹੁਣ ਜਿਹੜੇ ਠੇਕੇਦਾਰਾਂ ਨੇ ਹੋਰ ਉੱਥੋਂ ਮਜ਼ਦੂਰ ਲਿਆਉਣੇ ਇੱਕ ਵਾਰ ਰੋਕ ਦਿੱਤੇ ਨੇ, ਬੰਦ ਕਰ ਦਿੱਤੇ ਨੇ, ਕਿਉਂਕਿ ਜੇ ਲਗਾਤਾਰ ਜਿਹੜੇ ਕੋਰੋਨਾ ਪੋਜ਼ਿਟਿਵ ਉੱਥੋਂ ਜਿਹੜੇ ਬਾਹਰਲੇ ਰਾਜਾਂ ਤੋਂ ਮਜ਼ਦੂਰ ਆ ਰਹੇ ਨੇ, ਕੋਰੋਨਾ ਪੋਜ਼ਿਟਿਵ ਪਾਏ ਜਾ ਰਹੇ, ਇਸ ਖਤਰੇ ਨੂੰ ਦੇਖਦੇ ਹੋਏ ਇੱਕ ਵਾਰ ਰਿਫਾਈਨਰੀ ਨੇ ਜਿਹੜੇ ਉੱਥੋਂ ਲਿਆਉਣੇ ਮਜ਼ਦੂਰ ਬੰਦ ਕਰ ਦਿੱਤੇ ਨੇ। ਜੀ ਸ਼ੁਕਰੀਆ ਮਨੀਸ਼ ਤਮਾਮ ਜਾਣਕਾਰੀ ਲਈ। ਸੋ ਫਿਲਹਾਲ ਇਕੱਠੇ 78 ਮਜ਼ਦੂਰ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਦੱਸਿਆ ਜਾ ਰਿਹਾ ਕਿ ਉਹ ਮਜ਼ਦੂਰ ਨੇ ਜਿਹੜੇ ਬਾਹਰਲੇ ਸੂਬਿਆਂ ਤੋਂ ਆਏ ਨੇ ਇੱਥੇ ਰਿਫਾਈਨਰੀ 'ਚ ਕੰਮ ਕਰਨ, ਪਰ ਕਿਉਂਕਿ ਬਾਹਰਲੇ ਸੂਬਿਆਂ ਤੋਂ ਪਹੁੰਚੇ ਇਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। ਇਹਨਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਵਿੱਚ 78 ਹੋਰ ਮਜ਼ਦੂਰ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਫਿਲਹਾਲ 100 ਦੇ ਕਰੀਬ ਮਜ਼ਦੂਰ ਨੇ ਜਿਹੜੇ ਕਿ ਕੁਆਰੰਟਾਈਨ ਨੇ।
और देश के आंकड़ियां की गल करांगे। भारत में कोरोना की तेज रफ्तार जारी। 24 घंटे कोरोना के 56,282 नवे केस सामने आ चुके हैं। 24 घंटे कोरोना नाल 904 लोगों की मौत हो चुकी है। 40,000 के पार पहुंच चुके हैं। मौतों का आंकड़ा हुण तक कुल 40,699 लोग दम तोड़ चुके हैं। देश में कुल 19,64,537 केस सामने आ चुके हैं। 13,28,337 मरीज ठीक हुए हैं। हुण तक 5,95,501 एक्टिव केसेस और इस विचाले लगातार ये आंकड़ा जड़ा है कोरोना मरीजों का वधदा होया। कोरोना दे हर रोज हजारां की गिणती विच केस जड़े ने देश के ਵੱਖ-ਵੱਖ हिस्सों तो सामने आ रहे हैं। इस विचाले लगातार अपील की जा रही है कि ख्याल रखो, एहतियात बरतो, सावधान रहो। ਅੱਗੇ ਵਧਿਆ ਤੇ ਗੱਲ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਦੀ। ਕੋਰੋਨਾ ਕਾਲ ਵਿੱਚ ਪੰਜਾਬ ਦੇ ਡੀਸੀ ਦਫ਼ਤਰਾਂ ਵਿੱਚ ਅੱਜ ਤੋਂ हड़ताल से चले गए ने मुलाजिम। 14 अगस्त तक कलम छोड़ हड़ताल का ऐलान किया गया इन्हां कर्मचारियों वालों। 15 अगस्त को गुलामी दिहाड़ा मनाएंगे। आज़ादी दिहाड़े मौके गुलामी दिहाड़ा मनाने का ऐलान इन्हां मुलाजमान ने किया। पे स्केल नूं केंद्र की तर्ज ते करन दा विरोध किया जा रहा। मोबाइल और दूजे पत्तियां च कटौती तो भी नाराज थे। कैप्टन सरकार ते वादा खिलाफी का भी ये मुलाजम जड़े ने वादा खिलाफी का भी इल्जाम लगा रहे हैं और अपनी मंगां नूं लैके कलम छोड़ हड़ताल ते चले गए ने। ये मुलाजम यानी कि दफ्तरां जरूर पहुंचे ने, सरकारी मुलाजम पर काम नहीं किया जा रहा। डीसी दफ्तरां पंजाब भर अज हड़ताल 14 अगस्त 10 दिन की हड़ताल का ऐलान इन्होंने किया है क्योंकि इल्जाम ला रहे हैं कि सरकार ने जोड़े वादे किए सन सत्ता विचार तो पहला वो पूरे नहीं किए। 40 ਵਿਭਾਗਾਂ ਦੇ ਕਰਮਚਾਰੀ ਹੜਤਾਲ ਤੇ ਚਲੇ ਗਏ ਨੇ। 14 ਅਗਸਤ ਤੱਕ ਇਹ ਹੜਤਾਲ ਤੇ ਰਹਿਣਗੇ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਅਲੱਗ-ਅਲੱਗ ਦਫ਼ਤਰਾਂ ਦੀਆਂ। ਹਾਲਾਂਕਿ 46 ਡਿਪਾਰਟਮੈਂਟ ਇਸ ਸਟ੍ਰਾਈਕ ਦੇ ਵਿੱਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ। ਨਹਿਰੀ ਡਿਪਾਰਟਮੈਂਟ, ਡੀਸੀ ਦਫ਼ਤਰ, ਐਸਟੀਐਮ ਦਫ਼ਤਰ, ਤਹਿਸੀਲ, ਰੈਵਨਿਊ ਤੇ ਹੋਰ ਵੀ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਜਿਹੜੇ ਕਰਮਚਾਰੀ ਨੇ ਪਿਨ ਡਾਊਨ ਸਟ੍ਰਾਈਕ ਤੇ ਚਲੇ ਗਏ ਨੇ। ਹਾਲਾਂਕਿ ਦਫ਼ਤਰ ਇਹਨਾਂ ਦੇ ਖੁੱਲੇ ਨੇ। ਦਫ਼ਤਰ ਦੇ ਵਿੱਚ ਹਾਜ਼ਰੀ ਯਕੀਨੀ ਇਹਨਾਂ ਦੀ ਜ਼ਰੂਰ ਹੈ ਪਰ ਕਿਤੇ ਨਾ ਕਿਤੇ ਜਾ ਕੇ ਆਪਦਾ ਕੰਮ ਕਾਜ ਆ ਇਹਨਾਂ ਨੇ ਬੰਦ ਕੀਤਾ ਹੋਇਆ। ਇੱਕ ਪਾਸੇ कोरोना की महामारी ਨੂੰ ਲੈ ਕੇ ਲੋਕ ਜੂਝ ਰਹੇ ਨੇ ਪਰ ਦੂਸਰੇ ਪਾਸੇ ਮੁਲਾਜ਼ਮ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਨੇ। ਇਹਨਾਂ ਮੰਗਾਂ ਨੂੰ ਲੈ ਕੇ ਇਹ ਸਰਕਾਰ ਦੇ ਖਿਲਾਫ ਇੱਕ ਤਰ੍ਹਾਂ ਦਾ ਐਗੀਟੇਸ਼ਨ ਕਰ ਰਹੇ ਨੇ। ਹਾਲਾਂਕਿ ਇਹ ਇਕੱਠੇ ਨਹੀਂ ਹੋਏ, ਕੋਈ ਪ੍ਰਦਰਸ਼ਨ ਨਹੀਂ ਕਰ ਰਹੇ ਪਰ ਕਿਤੇ ਨਾ ਕਿਤੇ ਜਾ ਕੇ ਗੁੱਸਾ ਸਰਕਾਰ ਦੇ ਖਿਲਾਫ ਸਾਫ਼ ਨਜ਼ਰ ਆ ਰਿਹਾ। ਤਸਵੀਰਾਂ ਤੁਹਾਨੂੰ ਤਹਿਸੀਲ ਦਫ਼ਤਰ ਦੀਆਂ ਦਿਖਾ ਰਹੇ ਹਾਂ। ਪਿਛਲੇ ਪਾਸੇ ਵੀ ਕੋਈ ਵੀ ਇੱਥੇ ਤੁਹਾਨੂੰ ਲੋਕ ਨੇ ਕੰਮ ਕਰਨ ਵਾਲੇ ਉਹ ਵਾਪਸ ਜਾ ਰਹੇ ਨੇ। ਹਾਲਾਂਕਿ ਕੁਰਸੀਆਂ ਨੇ, ਚੇਅਰਸ ਨੇ, ਕਾਊਂਟਰ ਨੇ ਜਿਹੜੇ ਖਾਲੀ ਪਏ ਨੇ। तमाम ਤਰ੍ਹਾਂ ਦੀਆਂ ਇਹਨਾਂ ਦੀਆਂ ਮੰਗਾਂ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਇਹਨਾਂ ਦੇ ਜਿਹੜੇ ਇੱਥੋਂ ਦੇ ਜਿਹੜੇ ਸੀਨੀਅਰਸ ਨੇ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੋਏ ਨੇ, ਗੱਲਬਾਤ ਕਰਦੇ ਆ। ਸਰ, ਡਿਮਾਂਡ ਕੀ ਹੈ, ਕਿਸ ਚੀਜ਼ ਨੂੰ ਲੈ ਕੇ ਇੰਨੇ ਗੁੱਸੇ 'ਚ ਕਰਮਚਾਰੀ ਔਰ ਕਿੰਨੇ ਦਿਨਾਂ ਦੀ ਪੈਨ ਡਾਊਨ ਸਟ੍ਰਾਈਕ ਤੁਹਾਡੀ? ਸਰ, ਪੰਜਾਬ ਸਰਕਾਰ ਦੀ ਮਾਰੂ ਨੀਤੀ ਨੂੰ ਲੈ ਕੇ ਸਾਡੇ ਸਾਰੇ ਮੁਲਾਜ਼ਮ ਨਿਰਾਸ਼ ਨੇ ਕਿਉਂਕਿ ਪੰਜਾਬ ਸਰਕਾਰ ਨੇ ਸਾਡੇ ਭੱਤਿਆਂ ਦੇ ਕੱਟ ਲਾਉਣਾ ਸ਼ੁਰੂ ਕਰ ਦਿੱਤਾ ਹੈਗਾ ਔਰ ਆਪਦੇ ਜਿਹੜੇ ਇਹਨਾਂ ਦੇ ਐਮਐਲਏ ਵਗੈਰਾ ਹੈਗੇ ਆ ਉਹ ਵੱਡੀਆਂ ਵੱਡੀਆਂ ਤਨਖਾਹਾਂ ਲੈਂਦੇ ਆ, ਪੈਨਸ਼ਨਾਂ ਲੈਂਦੇ ਆ और 15,000 रुपया ये मोबाइल भत्ता लेंदे है। साडा 150 रुपया इन्हों चुभदा है। इस करके मैं सरकार नूं चेतावनी देना चाहणागा भी जेकर सरकार ने मारू नीति बंद ना की तो असीं जिहड़े आउण वाले दिनां 'च भी इहनूं एक्शन नूं बहुत ज़्यादा तेज़ करेगा जिहदी जिम्मेवारी पंजाब सरकार दी होऊगी। आउण वाले दिनां 'च जिहड़ा पंजाब दा समूह मुलाजम ते अधिकारी इन्हां दे खिलाफ खड़े होवांगे। जिहड़ी इन्हां नूं मैं चेतावनी दे रहागा भी जे बाज ना आए सरकार साडे नाल गलबात ना कीती ਤਾਂ ਅਸੀਂ ਜਿਹੜੇ ਆਉਣ ਵਾਲੇ ਦਿਨ ਇਹਨਾਂ ਦੇ ਬਹੁਤ ਔਖੇ ਕਰ ਦਿਆਂਗੇ ਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਖਾਤਾ ਵੀ ਨਹੀਂ ਖੋਲਣ ਦੇਵਾਂਗੇ। सो साफ चेतावनी दे रहे ने मुलाजम यूनियन के प्रधान की जे सरकार ने मंगा ना मनिया तो संघर्ष होर तेज किया जाएगा। सीधा रुख करते अमृतसर का मेरे सहयोगी राजीव शर्मा जुड़ चुके हैं। राजीव, डीसी दफ्तर के मुलाजमान ने हड़ताल का ऐलान किया है। 10 दिनों की हड़ताल का ऐलान है कि जिवें बठिंडा तो जानकारी दे रहे सन सूरज, उन्होंने के मुताबिक 46 तकरीबन 45 तो 46 सरकारी विभागों के मुलाजम उन्होंने साथ देण नितर आए ने कि अजे ही तस्वीर अमृतसर भी कुछ अजे ही हो रहा है कि दूजे सरकारी विभागों के जिहड़े मुलाजम ने वह भी हड़ताल ते उतर आए ने।
ਜੀ ਹਾਂ, ਦੇਖੋ ਜਿੱਧਰ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਜਿਹੜੇ ਮੁਲਾਜ਼ਮ ਨੇ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ 10 ਦਿਨ ਦੀ ਜਿਹੜੀ ਹੜਤਾਲ ਦਾ ਐਲਾਨ ਕੀਤਾ ਗਿਆ। ਤਾਂ ਮੈਂ ਇਸ ਵੇਲੇ ਅੰਮ੍ਰਿਤਸਰ ਦੀ ਤਹਿਸੀਲ ਦੇ ਵਿੱਚ ਹਾਂ, ਜਿੱਥੇ ਲੋਕ ਤਾਂ ਆਪਣੇ ਜਿਹੜੇ ਕੰਮ ਕਰਵਾਉਣ ਦੇ ਲਈ ਇੱਥੇ ਪਹੁੰਚੇ ਨੇ, ਪਰ ਜਿਹੜੇ ਯੂਨੀਅਨ ਦੇ ਨਾਲ ਸੰਬੰਧਿਤ ਮੁਲਾਜ਼ਮ ਨੇ ਉਹਨਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ। ਉਹਨਾਂ ਤੋਂ ਜਾਣਦੇ ਕਿ ਆਖਿਰਕਾਰ ਕੀ ਮੰਗਾਂ ਨੇ, ਕਿਉਂਕਿ ਪਹਿਲਾਂ ਵੀ ਇਹਨਾਂ ਵੱਲੋਂ ਕਈ ਵਾਰ ਜਿਹੜੀਆਂ ਪੈਨ ਡਾਊਨ ਸਟ੍ਰਾਈਕ ਨੇ ਜਾਂ ਹੋਰ ਕਈ ਵਾਰ ਕੰਮਕਾਰ ਠੱਪ ਕਰਕੇ ਆਪਣੀ ਜਿਹੜੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਤਾਂ ਜਿਹੜੇ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਤੋਂ ਜਾਣਦੇ ਆ। ਤੁਸੀਂ ਇਹ ਦੱਸੋ, ਜਿਹੜੀ ਪੰਜਾਬ ਭਰ ਦੇ ਵਿੱਚ ਹੜਤਾਲ ਕੀਤੀ ਗਈ ਹੈ, ਕਈਆਂ ਥਾਵਾਂ ਤੇ ਹੋਰ ਜਥੇਬੰਦੀਆਂ ਨੇ ਵੀ ਸਾਥ ਦਿੱਤਾ, ਤਾਂ ਅੰਮ੍ਰਿਤਸਰ ਦੇ ਕੀ ਹਾਲਾਤ ਨੇ ਔਰ ਕੀ ਮੰਗਾਂ ਨੇ ਤੁਹਾਡੀ? ਸਟ੍ਰਾਈਕ ਅੰਮ੍ਰਿਤਸਰ ਦੇ ਵਿੱਚ ਹੀ ਨਹੀਂ, ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ ਔਰ ਸਾਰਾ ਪੰਜਾਬ ਸਮੇਤ ਸੈਕਟਰੀਏਟ ਡਾਇਰੈਕਟੋਰੇਟ ਸਭ ਸਾਡੇ ਨਾਲ ਨੇ। ਇਸ ਵੇਲੇ ਸਰਕਾਰ ਦੇ ਪ੍ਰਤੀ ਰੋਸ ਇੰਨਾ ਹੈ ਮੁਲਾਜ਼ਮਾਂ ਦੇ ਵਿੱਚ ਕਿ ਇੱਕ ਸਿੰਪਲ PSMSU ਨੇ ਕਾਲ ਦਿੱਤੀ ਸੀ ਪੈਨ ਡਾਊਨ ਸਟ੍ਰਾਈਕ ਦੀ। ਉਸ ਤੋਂ ਬਾਅਦ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਨਾਲ ਆ ਕੇ ਰਲੀਆਂ ਔਰ ਸਾਂਝਾ ਮੁਲਾਜ਼ਮ ਫਰੰਟ ਪੰਜਾਬ, UT ਚੰਡੀਗੜ੍ਹ ਅਤੇ ਪੈਨਸ਼ਨਰਸ ਐਸੋਸੀਏਸ਼ਨ ਦੇ ਮੁਲਾਜ਼ਮਾਂ ਵੱਲੋਂ ਇਹ ਸਟ੍ਰਾਈਕ ਕੀਤੀ ਜਾ ਰਹੀ ਹੈ। ਮੁੱਖ ਮੰਗਾਂ ਕੀ ਨੇ ਤੁਹਾਡੀਆਂ? ਕਿਉਂਕਿ ਪਹਿਲਾਂ ਵੀ ਕਈ ਵਾਰ ਅਜਿਹੀਆਂ ਹੜਤਾਲਾਂ ਕੀਤੀਆਂ ਜਾਂਦੀਆਂ ਰਹੀਆਂ ਨੇ, ਚੇਤਾਵਨੀਆਂ ਵੀ ਤੁਹਾਡੇ ਵੱਲੋਂ ਦਿੱਤੀਆਂ ਜਾਂਦੀਆਂ ਨੇ, ਪਰ ਹੁਣ ਕੀ ਹਾਲਾਤ ਨੇ, ਮੰਗਾਂ ਕੀ ਨੇ ਔਰ ਅਗਲੀ ਰਣਨੀਤੀ ਕੀ ਹੈ ਜੇਕਰ ਤੁਹਾਡੀਆਂ? ਔਰ ਕੀ ਇਹ ਜਿਹੜੀ ਇੱਥੇ ਵੀ 10 ਦਿਨ ਇਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਬਾਕੀ ਜਿਹੜੇ ਸ਼ਹਿਰਾਂ ਦੇ ਵਿੱਚ ਹੜਤਾਲ ਕੀਤੀ ਗਈ, ਇੱਥੇ ਵੀ 14 ਅਗਸਤ ਤੱਕ ਹੜਤਾਲ ਤੇ ਰਹੋਗੇ? ਮੁੱਖ ਮੰਗਾਂ ਦੇ ਵਿੱਚ ਸਾਡਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ 2 ਮਹੀਨਿਆਂ ਦੇ ਵਿੱਚ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਨਾ ਤਾਂ ਅੱਜ ਤੱਕ ਪੇ ਕਮਿਸ਼ਨ ਤੋਂ ਰਿਪੋਰਟ ਲਈ ਗਈ ਔਰ ਨਾ ਹੀ ਉਸ ਦੇ ਬਾਰੇ ਕੋਈ ਵਿਚਾਰ ਕੀਤਾ ਗਿਆ ਹੈ, ਬਲਕਿ ਪੇ ਕਮਿਸ਼ਨ ਦੀ ਮਿਆਦ ਲਗਾਤਾਰ ਵਧਾਈ ਜਾ ਰਹੀ ਹੈ। ਨਵੀਂ ਭਰਤੀ ਵਾਸਤੇ ਅਸੀਂ ਪੈਨਸ਼ਨ ਮੰਗ ਰਹੇ ਸੀ, ਪੈਨਸ਼ਨ ਦੇ ਬਾਰੇ ਨਾ ਸੋਚ ਕੇ ਕਦੀ ਸਾਡੇ ਉੱਤੇ 200 ਰੁਪਈਆ ਜਜੀਆ ਟੈਕਸ ਲਗਾ ਦਿੱਤਾ ਜਾਂਦਾ ਹੈ, ਕਦੀ ਸਾਡਾ ਮੋਬਾਈਲ ਭੱਤਾ ਕੱਟ ਲਿਆ ਜਾਂਦਾ ਹੈ। ਅਜਿਹੇ ਸਮੇਂ ਦੇ ਵਿੱਚ, ਅਜਿਹੇ ਕਰੋਨਾ ਦੇ ਟਾਈਮ ਦੇ ਵਿੱਚ ਜਦੋਂ ਸਕਿਆਂ ਨੇ ਆਪਣੀਆਂ ਲਾਸ਼ਾਂ ਚੁੱਕਣ ਤੋਂ ਇਨਕਾਰ ਕਰ ਦਿੱਤਾ, ਉਸ ਸਮੇਂ ਦੇ ਵਿੱਚ ਮੁਲਾਜ਼ਮਾਂ ਨੇ ਪਾ ਕੇ ਵਰਦੀਆਂ ਕਰੋਨਾ ਦੇ ਵਿੱਚ ਲਾਸ਼ਾਂ ਚੁੱਕੀਆਂ, ਕਰੋਨਾ ਦੇ ਮਰੀਜ਼ਾਂ ਦੀਆਂ। ਕਰੋਨਾ ਦੇ ਲੜਾਈ ਦੇ ਵਿੱਚ ਹਰੇਕ ਤਰ੍ਹਾਂ ਦੇ ਨਾਲ ਸਰਕਾਰ ਦਾ ਸਾਥ ਦਿੱਤਾ ਔਰ ਅੱਜ ਵੀ ਦੇ ਰਹੇ ਆ, ਪਰ ਸਰਕਾਰ ਇਸ ਹੱਦ ਤੱਕ ਸੋਚ ਤੇ ਉਹਦੀ ਡਿੱਗ ਚੁੱਕੀ ਹੈ ਕਿ ਕਰੋਨਾ ਦੀ ਆੜ ਦੇ ਵਿੱਚ ਹੋਰ ਨਹੀਂ ਕੁਝ। ਇੱਕ ਤੁਸੀਂ ਮੋਬਾਈਲ ਭੱਤੇ ਦੀ ਗੱਲ ਕੀਤੀ ਹੈ, ਪਰ ਅੱਜ ਕੈਬਨਿਟ ਨੇ ਮਨਜ਼ੂਰੀ ਦੇਤੀ ਹੈ ਕਿ ਨਵੰਬਰ ਮਹੀਨੇ ਤੋਂ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣੇ ਆ। ਤਾਂ ਤੁਹਾਨੂੰ ਲੱਗਦਾ ਕਿ ਇੱਕ ਪਾਸੇ ਸਰਕਾਰ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲ ਤਾਂ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਔਰ ਦੂਸਰੇ ਪਾਸੇ ਜਿਹੜੇ ਲਾਰੇ ਲਗਾਏ ਗਏ ਸੀ, ਤੁਸੀਂ ਵੀ ਚੋਣਾਂ ਤੋਂ ਪਹਿਲਾਂ ਦੇ ਵਾਅਦਿਆਂ ਦੀ ਗੱਲ ਕਰ ਰਹੇ ਹੋ? ਉਹ ਵੀ ਸਰਕਾਰ ਦਾ ਲਾਰਾ ਹੀ ਆ ਜੀ। ਕਦੀ ਕਹਿ ਰਹੇ ਸੀ ਅਸੀਂ ਚੀਨ ਤੋਂ ਮੰਗਾ ਲਏ ਆ, ਹੁਣ ਕਹਿ ਰਹੇ ਅਸੀਂ ਚੀਨ ਤੋਂ ਨਹੀਂ ਮੰਗਾਏ, ਕਿਸੇ ਹੋਰ ਦੇਸ਼ ਤੋਂ ਮੰਗਾਏ ਆ, ਬਾਅਦ ਚ ਦੱਸਾਂਗੇ। ਮੈਨੂੰ ਨਹੀਂ ਲੱਗਦਾ ਕੋਈ ਮੋਬਾਈਲ ਫੋਨ ਕਿਸੇ ਨੂੰ ਸਰਕਾਰ ਨੇ ਦੇਣਾ ਹੈ। ਲਾਰੇ ਲਾ ਕੇ ਇਹਨਾਂ ਨੇ ਚੋਣਾਂ ਜਿੱਤਣੀਆਂ ਸੀ, ਜਿੱਤ ਲੀਆਂ। ਮੁਲਾਜ਼ਮ ਵਰਗ ਦੇ ਵਿੱਚ ਪਰੇਸ਼ਾਨੀਆਂ, ਅਸੀਂ ਆਪਣੇ ਜਾਨ ਨੂੰ ਰਿਸਕ 'ਚ ਪਾ ਕੇ ਕਰੋਨਾ ਦੇ ਨਾਲ ਲੜਾਈ। ਮੁਲਾਜ਼ਮ ਹੜਤਾਲ ਤੇ ਨੇ, ਪਹੁੰਚੇ ਹੋਏ ਨੇ, ਦਫ਼ਤਰਾਂ 'ਚ ਆਪਣੀ ਸੀਟਾਂ ਤੇ ਬੈਠੇ ਨਜ਼ਰ ਆ ਰਹੇ ਨੇ, ਲੇਕਿਨ ਹੱਥ ਜੋੜ ਕੇ ਬੈਠੇ ਨੇ, ਕੰਮ ਨਹੀਂ ਹੋਏਗਾ, ਇਹ ਸਾਫ਼ ਕਹਿ ਦਿੱਤਾ ਹੈ। ਆਮ ਲੋਕਾਂ ਨੂੰ ਕਿੰਨੀ ਦਿੱਕਤ ਹੋ ਰਹੀ ਹੈ ਇਸ ਹੜਤਾਲ ਦੇ ਚਲਦੇ? ਆਮ ਜਨਤਾ ਨੂੰ ਕੋਈ ਇਸ ਸੰਬੰਧੀ ਪਰੇਸ਼ਾਨੀ ਹੁੰਦੀ ਹੈ ਤੇ ਪਰ ਇੱਕ ਗੱਲ ਇੱਥੇ, ਜਿੱਥੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਲਾਕਡਾਊਨ ਦੇ ਵਿੱਚ ਤਨਦੇਹੀ ਦੇ ਨਾਲ ਕੰਮ ਕੀਤਾ, ਜਦੋਂ ਲੋਕ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਰਹੇ ਸੀ, ਪਰ ਜਿਸ ਤਰ੍ਹਾਂ ਹੁਣ ਤੁਸੀਂ ਹੜਤਾਲ ਕਰ ਰਹੇ ਹੋ, ਕਿਸੇ ਤਰ੍ਹਾਂ ਦਾ ਕੰਮ ਨਹੀਂ ਹੋ ਰਿਹਾ, ਤੁਸੀਂ ਨਹੀਂ ਸਮਝਦੇ ਕਿ ਲੋਕਾਂ ਨੂੰ ਤਾਂ ਪਹਿਲਾਂ ਲਾਕਡਾਊਨ ਕਰਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਹੁਣ ਫਿਰ ਇੱਕ ਵਾਰ ਲੋਕ ਪਰੇਸ਼ਾਨ ਹੋਣ? ਅਸੀਂ ਆਮ ਜਨਤਾ ਤੋਂ ਮਾਫੀ ਮੰਗਦੇ ਹੋਏ ਬੜੀ ਫਰਾਖ ਦਿਲੀ ਨਾਲ ਇਹ ਬੇਨਤੀ ਕਰਦੇ ਹਾਂ ਕਿ ਸਾਡਾ ਸਾਥ ਦਿਓ। ਅਸੀਂ ਤੁਹਾਡੀ ਹਰੇਕ ਦੁੱਖ ਸੁੱਖ ਦੇ ਵਿੱਚ ਨਾਲ ਖੜੇ ਹਾਂ, ਪਰ ਕਰੋਨਾ ਦੀ ਆੜ ਦੇ ਵਿੱਚ ਸਾਨੂੰ ਰਗੜਿਆ ਜਾ ਰਿਹਾ ਹੈ। ਜੇਕਰ ਅੱਜ ਕਿਸੇ ਦੇ ਕੰਮ ਕਰਕੇ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੁੰਦਾ ਤੇ ਇਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ, ਨਾ ਕਿ ਕਿਸੇ ਮੁਲਾਜ਼ਮ ਵਰਗ ਦੀ। ਠੀਕ ਹੈ, ਜਿਹੜੇ ਕੰਮ ਜਿਹੜੇ ਆ ਉਹ ਠੱਪ ਕੀਤੇ ਗਏ। ਠੀਕ ਹੈ, ਯਾਨੀ ਕਿ ਨਾਰਾਜ਼ਗੀ ਜਿਹੜੀ ਹੈ ਉਹ ਸਰਕਾਰ ਤੋਂ ਹੈ। ਸ਼ੁਕਰੀਆ ਰਾਜੀਵ। ਸੋ ਮੁਲਾਜ਼ਮ ਜਿਹੜੇ ਨੇ ਉਹ ਨਾਰਾਜ਼ ਚੱਲ ਰਹੇ ਨੇ ਕਿਉਂਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸਨ ਉਹ ਹਾਲੇ ਤੱਕ ਪੂਰੇ ਨਹੀਂ ਹੋਏ। ਸੋ 10 ਦਿਨ ਦੀ ਹੜਤਾਲ ਤੇ ਚਲੇ ਗਏ ਨੇ ਸਰਕਾਰੀ ਡੀਸੀ ਦਫ਼ਤਰਾਂ ਦੇ ਮੁਲਾਜ਼ਮ, ਕੁਝ ਹੋਰ ਸਰਕਾਰੀ ਮਹਿਕਮੇ ਦੇ ਮੁਲਾਜ਼ਮ ਵੀ ਉਹਨਾਂ ਦਾ ਸਾਥ ਦੇਣ ਨਿੱਤਰ ਆਏ ਨੇ, ਦਫ਼ਤਰਾਂ 'ਚ ਪਹੁੰਚੇ ਹੋਏ ਨੇ, ਪਰ ਕੰਮ ਨਹੀਂ ਹੋ ਰਿਹਾ। ਪੈਨ ਡਾਊਨ, ਕਲਮ ਛੋੜ ਹੜਤਾਲ ਹੈ। ਹੱਥ ਜੋੜ ਕੇ ਕਿਵੇਂ ਬੈਠੇ ਹੋਏ ਨੇ ਇਹ ਮੁਲਾਜ਼ਮ। ਇਹ ਵੱਖ-ਵੱਖ ਦਫ਼ਤਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ। ਜ਼ਾਹਿਰ ਤੌਰ ਤੇ ਕੋਰੋਨਾ ਕਾਲ ਅਤੇ तमाम ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਜੇ ਚਲੇ ਜਾਂਦੇ ਨੇ ਹੜਤਾਲ ਤੇ ਤਾਂ ਕਿੰਨੀ ਮੁਸ਼ਕਿਲ ਹੋਏਗੀ, ਆਮ ਲੋਕਾਂ ਨੂੰ ਵੀ ਕਿੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ। ਇਹ ਸਾਫ਼ ਤੌਰ ਤੇ ਆਉਣ ਵਾਲੇ ਸਮੇਂ 'ਚ ਸਾਹਮਣੇ ਆ ਜਾਏਗਾ ਕਿਉਂਕਿ ਅੱਜ ਪਹਿਲਾ ਦਿਨ ਹੈ ਹੜਤਾਲ ਦਾ। 10 ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। 14 ਅਗਸਤ ਤੱਕ ਹੜਤਾਲ ਅਤੇ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਜਿਹੜਾ ਹੈ ਉਹ ਕਾਲਾ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਇੱਕ ਵਿਚਾਲੇ ਮੁਲਾਜ਼ਮ ਹੜਤਾਲ ਤੇ ਚਲੇ ਗਏ ਨੇ ਤਾਂ ਦੂਜੇ ਪਾਸੇ ਸਰਕਾਰ ਦੀ बैठक चल रही। चंडीगढ़ में कैबिनेट की सब कमेटी की बैठक जारी। कमेटी चेयरमैन ब्रह्म महिंद्रा की अगवाई हेठ बैठक चल रही है। चीफ सैकटरी विनी महाजन और चीफ प्रिंसीपल सैकटरी सुरेश कुमार भी इस बैठक में मौजूद ने। बैठक में मुलाजमां नाल जुड़े पेंडिंग मुद्दों ते चर्चा हो रही। कच्चे मुलाजमां नूं पक्का करन ते भी मंथन चल रहा है। सो एक जिहड़ी मंग है, जिहड़े मुलाजम हड़ताल ते उतरे ने उन्हां दी एक मंग ये भी है कि कच्चे मुलाजमां नूं पक्का करन दा वादा किया गया सी, पर वो वादा हाले तक पूरा नहीं होया। 6वां पे कमीशन जिहड़ा है वो लागू करन दी गल कही गई सी, हाले तक वो लागू नहीं होया। होर तमाम मंगां जिस नूं लैके हड़ताल ते उतर आए ने मुलाजम अते इस हड़ताल विचाले मुलाजमां दी हड़ताल विचाले सरकार की बैठक जारी। चंडीगढ़ में कैबिनेट की सब कमेटी की बैठक चल रही है। कमेटी चेयरमैन ब्रह्म महिंद्रा बैठक की अगवाई कर रहे हैं। चीफ सैकटरी विनी महाजन और CPS सुरेश कुमार भी इस बैठक में मौजूद। नपिंदर बराड़ मेरे सहयोगी जुड़ चुके हैं। नपिंदर, एक पासे सूबे भर दे मुलाजम अज हड़ताल ते उतर आए ने और 10 दिन की हड़ताल की गल कही, 10 दिन की हड़ताल ते जाने की चेतावनी दी गई है। हुण अज जिहड़ी बैठक हो रही है, मन्नीए कि कुछ जिहड़ियां मंगा मनण की गल कह रहे हैं मुलाजम, उन्हां ते चर्चा उन्हां ते मंथन होएगा, कुछ मोहर लग सकती है मंगा मनण ते। देखो बिल्कुल रजिंदर, इसनूं लैके जिहड़ी लगातार चर्चा जिहड़ी चल रही है। सब कमेटी बनाई गई सी पंजाब सरकार दे वल्लों ताकि जिहड़े ਕੰਟਰੈਕਚੁਅਲ EMPLOYEES ਨੇ ਉਹਨਾਂ ਨੂੰ ਜਿਹੜਾ ਹੈਗਾ ਰੈਗੂਲਰ ਕਰਨ ਨੂੰ ਲੈ ਕੇ, ਕਿਉਂਕਿ ਉਹਨਾਂ ਦੀ ਲੰਬੇ ਸਮੇਂ ਤੋਂ ਮੰਗ ਸੀ, ਤਾਂ ਉਸ ਮੰਗ ਨੂੰ ਅਮਲੀ ਜਮਾ ਜਿਹੜਾ ਹੈਗਾ ਪਹਿਨਾਇਆ ਜਾ ਸਕੇ। ਇਹਦੇ ਵਿੱਚ ਪੰਜਾਬ ਦੇ ਜਿਹੜੇ ਅਡਾਕ ਨੇ ਜਾਂ ਕੰਟਰੈਕਚੁਅਲ ਨੇ, ਡੇਲੀ ਬੇਸ ਨੇ ਜਾਂ ਟੈਂਪਰੇਰੀ ਨੇ, ਜਾਂ ਇਸ ਤੋਂ ਇਲਾਵਾ ਜਿਹੜੇ ਵਰਕ ਚਾਰਜ ਨੇ ਅਤੇ ਆਊਟਸੋਰਸ ਜਿਹੜੇ EMPLOYEES ਨੇ, ਉਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਹੈਗਾ ਇੱਕ ਨਵਾਂ ਐਕਟ ਬਣਾਉਣ ਦੇ ਲਈ ਜਿਹੜੀ ਹੈਗੇ ਸੁਝਾਅ ਮੰਗੇ ਗਏ ਨੇ। ਜਿਹੜੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਹੈ ਇਸ ਕਰਕੇ ਬੁਲਾਈ ਗਈ ਹੈ ਔਰ ਇਸ ਮੀਟਿੰਗ ਦੇ ਵਿੱਚ ਪੂਰੀ ਚਰਚਾ ਜਿਹੜੀ ਹੋਵੇਗੀ ਕਿ ਆਖਿਰ ਕਿਸ ਤਰ੍ਹਾਂ ਇਹਨਾਂ EMPLOYEES ਨੂੰ ਜਿਹੜਾ ਹੈਗਾ ਕਰਨ ਦੇ ਲਈ ਕੀ ਨੀਤੀ ਬਣਾਈ ਜਾ ਸਕਦੀ ਹੈ, ਕਿਵੇਂ ਇਹਨਾਂ ਨੂੰ ਰੈਗੂਲਰ ਕੀਤਾ ਜਾ ਸਕਦਾ ਹੈ। ਕਿਉਂਕਿ ਦੇਖੋ ਮੁਲਾਜ਼ਮ ਲਗਾਤਾਰ ਸੰਘਰਸ਼ ਕਰ ਰਹੇ ਨੇ ਜਦੋਂ ਤੋਂ ਕੈਪਟਨ ਸਰਕਾਰ ਬਣੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਤੋਂ ਪਿਛਲੀ ਸਰਕਾਰ ਵੇਲੇ ਸੰਘਰਸ਼ ਚੱਲ ਰਿਹਾ, ਪਰ ਕੈਪਟਨ ਸਰਕਾਰ ਨੇ ਕਿਉਂਕਿ ਵਾਅਦਾ ਕੀਤਾ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਕਿ ਜਿਹੜੇ ਕੰਟਰੈਕਟ ਤੇ ਕੰਮ ਕਰ ਰਹੇ ਜਾਂ ਜਿਹੜੇ ਠੇਕਾਦਾਰ EMPLOYEES ਨੇ ਜਾਂ ਜਿਹੜੇ ਆਊਟਸੋਰਸ ਨੇ, ਇਹਨਾਂ ਸਾਰਿਆਂ ਨੂੰ ਰੈਗੂਲਰ ਕਰਾਂਗੇ ਅਸੀਂ। ਤਾਂ ਦੇਖੋ ਉਹ ਆਪਣੀ ਮੰਗ ਮਨਾਉਣ ਦੇ ਲਈ ਕਾਫੀ ਸੰਘਰਸ਼ ਵੀ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਉਸ ਸੰਘਰਸ਼ ਤੋਂ ਬਾਅਦ ਹੀ ਇਸ ਜਿਹੜੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਸੀ ਔਰ ਫਿਲਹਾਲ ਮੀਟਿੰਗ ਚੱਲ ਰਹੀ ਹੈ। ਮੀਟਿੰਗ ਦੇ ਵਿੱਚ ਕੀ ਕੋਈ ਸੁਝਾਅ ਦਿੱਤੇ ਜਾਂਦੇ ਨੇ, ਦੇਖੋ ਅਜੇ ਕੋਈ ਫਾਈਨਲ ਮੀਟਿੰਗ ਨਹੀਂ ਕਹੀ ਜਾ ਸਕਦੀ। ਹਾਂ, ਇਹਦੇ ਵਿੱਚ ਸੁਝਾਅ ਜ਼ਰੂਰ ਲਏ ਜਾਣਗੇ, ਚਰਚਾ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਨਾ EMPLOYEES ਦੇ ਮਸਲੇ ਨੂੰ ਹੱਲ ਕੀਤਾ ਜਾਵੇ ਤਾਂ ਕਿ। ਔਰ ਅਸਲ ਦੇ ਵਿੱਚ ਕਹਾਣੀ ਹੈ ਕਿ ਦੇਖੋ ਅੱਗੇ 2022 ਵੀ ਦਿਖਦਾ ਸਰਕਾਰਾਂ ਨੂੰ, ਤਾਂ 2022 ਦੇ ਵਿੱਚ ਅਗਰ ਤੁਸੀਂ ਜਾ ਕੇ ਆਪਣਾ ਪ੍ਰਦਰਸ਼ਨ ਦਿਖਾਉਣਾ ਜਾਂ ਤੁਸੀਂ ਜਾ ਕੇ ਚਾਰ ਚੀਜ਼ਾਂ ਫਿਰ ਤੋਂ ਦਾਅਵਾ ਕਰਨ ਵਾਲੇ ਹੋਵੋ ਕਿ ਅਸੀਂ ਕੀ ਕੀਤਾ, ਅਸੀਂ EMPLOYEES ਦੇ ਲਈ ਕੀ ਕੀਤਾ, ਤਾਂ ਉਹਦੇ ਲਈ ਕੁਛ ਨਾ ਕੁਛ ਸਰਕਾਰ ਨੂੰ ਕਰਨਾ ਪਏਗਾ। ਇਸ ਲਈ ਜਿਹੜੀ ਹੈ ਮੀਟਿੰਗ ਬੁਲਾਏਗੀ ਔਰ ਮੀਟਿੰਗ ਦੇ ਵਿੱਚ ਕੀ ਕੋਈ ਨਿਕਲ ਕੇ ਬਾਹਰ ਆਉਂਦਾ ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਪਤਾ ਲੱਗੇਗਾ। ਪਰ ਜਿਸ ਤਰ੍ਹਾਂ ਚੀਫ ਸੈਕਟਰੀ ਨੂੰ ਬੁਲਾਇਆ ਗਿਆ ਔਰ ਚੀਫ ਪ੍ਰਿੰਸੀਪਲ ਸੈਕਟਰੀ ਨੂੰ ਬੁਲਾਇਆ ਗਿਆ, ਪ੍ਰਿੰਸੀਪਲ ਸੈਕਟਰੀ ਨੂੰ ਬੁਲਾਇਆ ਗਿਆ ਔਰ ਕੈਬਨਿਟ ਮੰਤਰੀ ਮੌਜੂਦ ਨੇ, ਤਾਂ ਆਸ ਕਰਦੇ ਕਿ ਜ਼ਰੂਰ ਕੋਈ ਨਾ ਕੋਈ ਗੱਲ ਕਿਸੇ ਨਤੀਜੇ ਤੇ ਜ਼ਰੂਰ ਪਹੁੰਚੇ ਔਰ ਕੋਈ ਹਾਂ ਪੱਖੀ ਸੁਝਾਅ ਜਿਹੜੇ ਆ ਜਾਂ ਹਾਂ ਪੱਖੀ ਜਿਹੜੀ ਗੱਲ ਹੈ ਜ਼ਰੂਰ ਤੁਰੇ EMPLOYEES ਦੇ ਲਈ। ਰਜਿੰਦਰ, शुक्रिया नपिंदर। फिलहाल खबर फिरोजपुर तो जिथे नौजवान का गोली मार के कतल करता गया। रात वेले छत ते सौ रिहा सी नौजवान जदों इसका कतल किया गया। 7 दिन बाद ही इस नौजवान का विआह होना सी। जोरा ते सन विआह दीआं तैयारियां, परिवार जशन मना रहा सी। कातला दा हालांकि कोई सुराग नहीं लग्या है। मामला पुलिस ने जरूर दर्ज कर लिया। फिरोजपुर दे सरहदी पिंड बारे दी एक घटना है जिथे एक सोंदे हुए नौजवान ते गोली चलाई गई। नौजवान की मौत हो चुकी है। नौजवान का 7 दिन बाद विआह होना सी अते घर विच विआह दीआं तैयारियां चल रही सन। विआह दा जशन मनाया जा सी, पर हुण इह जशन मातम विच तब्दील हो चुका है। ਅਸੀਂ ਇੱਥੇ ਆਏ ਸੀ ਇਹਨਾਂ ਨੂੰ ਮਿਲਣ ਵਾਸਤੇ। ਵਿਆਹ ਬਾਰੇ ਮੁੰਡੇ ਦਾ ਹਫਤੇ ਅਗਲੇ ਵਿਆਹ ਸੀ ਤੇ ਵਿਆਹ ਬਾਰੇ ਗੱਲਬਾਤ ਕਰਨ ਲਈ ਅਸੀਂ ਉੱਪਰ ਸੌਂ ਗਏ ਤੇ ਪਹਿਲੇ ਮੰਜੇ ਤੇ ਮੁੰਡਾ ਸੁੱਤਾ ਹੋਇਆ ਤੇ ਚਾਲੜੇ ਵਾਲੇ ਮੰਜੇ ਤੇ ਮੈਂ ਸੁੱਤਾ ਤੇ ਮੇਰਾ ਬੱਚਾ ਸੁੱਤਾ ਤੇ ਨਾਲ ਉਹ ਮੁੰਡੇ ਦੀ ਮੰਮੀ ਜੀ ਤੇ ਨਾਲ ਮੇਰੇ ਵਾਈਫ ਸੁੱਤੇ ਤੇ ਉਦੋਂ ਸਾਨੂੰ ਪਤਾ ਲੱਗਾ ਜਦੋਂ ਇੱਕ ਵਾਰੀ ਠਾਹ ਦੀ ਆਵਾਜ਼ ਆ, ਪਟਾਕਾ ਜਾਣੀ ਕਿ ਗੋਲੀ ਚੱਲ ਗਈ। ਮੁੰਡੇ ਦੇ ਗੋਲੀ ਕਿਸ ਜਗ੍ਹਾ ਤੇ ਵੱਜੀ ਜਿਹੜੀ ਇੱਥੇ ਸਿਰ 'ਚ ਲੱਗੀ। ਪਤਾ ਨਹੀਂ ਲੱਗਿਆ ਕਿੱਥੋਂ ਆਏ ਕਿਵੇਂ ਆਏ ਸੀ? ਬੰਦੇ ਦਾ ਪਤਾ ਨਹੀਂ ਲੱਗਾ ਕਿੱਧਰੋਂ ਆ ਕਿੱਧਰ ਗਿਆ। ਮੂੰਹ ਸਿਰ ਬੰਨਿਆ ਹੋਇਆ ਕੀ ਪਤਾ ਕਿੱਧਰ ਗਿਆ ਕਿੱਧਰ ਗਿਆ। ਜਿਵੇਂ ਭੱਜ ਗਿਆ ਕੁਛ ਨਹੀਂ ਭੱਜੇਗਾ ਸੀ, ਯਾਨੀ ਕਿ ਬੰਦਾ ਜਿਵੇਂ ਭੱਜ ਹੀ ਗਿਆ। ਨਹੀਂ ਤਾਂ ਸੁੱਤੇ ਪਏ ਬੰਦੇ ਨੂੰ ਮੰਜੇ ਤੇ ਪੈਣ ਨੂੰ ਸੱਟ ਕਿਵੇਂ ਲੱਗ ਸਕਦੀ।
ਇਹ ਜਿਹੜੇ ਭੈਣਾਂ ਸੀ ਔਰ ਕਿੰਨਾ ਭਰਾ? ਚਾਰ ਭੈਣਾਂ ਇੱਕ ਭਰਾ ਸੀ। ਭੈਣ ਭਰਾ ਸੀ, 4 ਭੈਣਾਂ ਤੇ ਕੱਲਾ ਸਾਡਾ ਭਰਾ ਸੀ ਦਾ। ਅਸੀਂ ਇਕੱਠੇ ਛੱਤ ਤੇ ਸੁੱਤੇ ਪਏ ਸੀ ਤੇ ਪਤਾ ਹੀ ਨਹੀਂ ਲੱਗਿਆ ਕਿਵੇਂ ਕੀ ਬਣ ਗਿਆ। ਕੀ ਹੋਇਆ? ਕੋਈ ਗੋਲੀ ਵੱਜੀ? ਕੀ ਵੱਜਿਆ? ਸਰ ਫਾਇਰ ਦੀ ਆਵਾਜ਼ ਆਈ ਸੀ, ਬਹੁਤ ਤੇਜ਼ ਆਵਾਜ਼ ਸੀਗੀ। ਅਸੀਂ ਤਾਂ ਨਾਲ ਹੀ ਪਏ ਸੀ, ਪੱਖੇ ਦੀ ਆਵਾਜ਼ ਬਹੁਤ ਜ਼ਿਆਦਾ ਸੀ ਜਿਸ ਕਰਕੇ ਅਸੀਂ ਜਿਵੇਂ ਆਵਾਜ਼ ਨੀਚੀ ਉਵੇਂ ਭੱਜ ਕੇ ਦਵਾ ਮੁੰਡੇ ਨੂੰ ਚੱਕਣ ਲੱਗ ਪਏ ਤੇ ਅਸੀਂ ਬਸ ਮੁੰਡੇ ਨੂੰ ਸੰਭਾਲਣ ਲੱਗ ਪਏ ਜੇ ਅਸੀਂ ਭੱਜ ਕੇ ਮਗਰ ਗਏ। ਸਾਡਾ ਗੇਟ ਖੁੱਲਾ ਹੋਇਆ ਸੀ ਦਾ ਤੇ ਜੋ ਸੋਟੀ ਵੀ ਥੱਲੇ ਪਈ ਹੋਈ ਉਹ ਵੀ ਅਸੀਂ ਜਾਂਦੇ ਹੀ ਚੱਕੀ ਉੱਥੋਂ। ਗੋਲੀ ਕਿੱਥੇ ਵੱਜੀ ਹੈ? ਸਰ ਇਸ ਚੀਜ਼ ਤੇ ਪਈ, ਮੇਰੀ ਸਾਈਡ ਐਵੇਂ ਪਿਆ ਹੋਇਆ ਸੀ ਦਾ ਸਰ, ਐ ਮੂੰਹ ਕਰਕੇ ਪਿਆ ਸੀ, ਇੱਥੇ ਸਾਈਡ ਤੇ ਲੱਗੀ ਹੋਈ ਸੀ ਸਰ। ਉਹ ਜਿਹੜੇ ਗੋਲੀ ਮਾਰਨ ਵਾਲੇ ਪਤਾ ਲੱਗਿਆ ਕਿੰਨੇ ਕੁ ਬੰਦੇ ਆਏ ਸੀਗੇ ਜਾਂ ਕਿਵੇਂ ਸਰ ਭਾਈ? ਅਸੀਂ ਤਾਂ ਇੱਕੋ ਦੀ ਵੀ ਆਵਾਜ਼ ਸੁਣੀ ਸੀ ਵੀ ਪੌੜੀਆਂ ਤੇ ਕੋਈ ਭੱਜ ਰਿਹਾ, ਐਵੇਂ ਮਹਿਸੂਸ ਹੋਇਆ ਸੀ ਤੇ ਅਸੀਂ ਪਰ ਮੁੰਡੇ ਦੇ ਲਾਲਚ ਲੱਗ ਗਏ, ਭੱਜ ਕੇ ਅਸੀਂ ਉਹਨਾਂ ਨੂੰ ਫੜਿਆ। ਮੁੰਡੇ ਨੂੰ ਬਲੀਡਿੰਗ ਬਹੁਤ ਜ਼ਿਆਦਾ ਸਰ ਹੁੰਦੀ ਪਈ ਸੀ ਬੜੀ, ਸਾਨੂੰ ਤਾਂ ਸਰ ਕੋਈ ਨਹੀਂ ਹੋ ਰਹੀ ਸੁਰਤ। ਇਸ ਬੁਲਟਨ ਵਿੱਚ ਫਿਲਹਾਲ ਇੰਨਾ ਹੀ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵੀ ਨਿਊਜ਼ 18 ਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇ।